ਭਵਾਨੀਗੜ੍ਹ ਵਿਖੇ ਨਗਰ ਕੌਂਸਲ ਚੋਣਾਂ ਦੌਰਾਨ ਨਾਮਜ਼ਦਗੀਆਂ ਭਰਨ ਸਮੇਂ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਨੋ ਡਿਊ ਸਰਟੀਫਿਕੇਟ ਨਾ ਦੇਣ ਤੇ ਸ਼੍ਰੋਮਣੀ ਅਕਾਲੀ ਦਲ ਆਗੂਆਂ ਵੱਲੋਂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਵਿੱਚ ਐਸਡੀਐਮ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਨੋ ਡਿਊ ਸਰਟੀਫਿਕੇਟ ਦੇਣ ਦੀ ਆਨਾਕਾਨੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਵੇਰ ਤੋਂ ਹੀ ਅਕਾਲੀ ਦਲ ਦੇ ਆਗੂ ਸਰਟੀਫਿਕੇਟ ਲੈਣ ਲਈ ਬੈਠੇ ਨੇ, ਪਰ ਕੋਈ ਵੀ ਕਰਮਚਾਰੀ ਸੀਟ ਤੇ ਹਾਜ਼ਰ ਨਹੀਂ ਹੈ। ਉਹਨਾਂ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਸਰਕਾਰ ਬਦਲਣ ਤੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ। ਚੋਣਾਂ ਹੋ ਰਹੀਆਂ ਨੇ, ਉਸ ਸੰਬੰਧ ਦੇ ਵਿੱਚ ਭਵਾਨੀਗੜ੍ਹ ਨਗਰ ਕੌਂਸਲ ਦੇ ਜਿਹੜੇ ਰਿਟਰਨਿੰਗ ਅਫਸਰ ਨੇ ਉਹ ਐਸਡੀਐਮ ਭਵਾਨੀਗੜ੍ਹ ਨੇ। ਬੜੇ ਹੀ ਅਫਸੋਸ ਦੀ ਗੱਲ ਹੈ ਕਿ ਇੱਥੇ ਲੋਕਤੰਤਰ ਦਾ ਕਤਲ ਹੋ ਰਿਹਾ ਹੈ ਕਿ ਜਿਹੜੇ ਕੈਂਡੀਡੇਟ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਨੋ ਡਿਊ ਸਰਟੀਫਿਕੇਟ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਔਰ ਇਹ ਮੈਂ ਸਮਝਦਾ ਕਿ ਕਾਂਗਰਸ ਸਰਕਾਰ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਕਿ ਉਹਨਾਂ ਦੇ ਉੱਤੇ ਸਿਆਸੀ ਦਬਾਅ ਬਣਾ ਕੇ ਅੱਜ ਦਫ਼ਤਰ ਜਿਹੜਾ ਨਗਰ ਕੌਂਸਲ ਦਾ ਹੈ ਉਹਦੇ ਵਿੱਚ ਨਾ ਈਓ ਹੈ, ਨਾ ਉਹਨਾਂ ਦਾ ਅਕਾਊਂਟੈਂਟ ਹੈ, ਨਾ ਉਹਨਾਂ ਦਾ ਕੋਈ ਕਲਰਕ ਹੈ। ਉਹਨਾਂ ਦੀਆਂ ਸਾਰੀਆਂ ਕੁਰਸੀਆਂ ਬਿਲਕੁਲ ਚੇਅਰ ਖਾਲੀ ਪਈਆਂ ਨੇ। ਜਿਵੇਂ ਉਹ ਉੱਥੇ ਨਹੀਂ ਹੁੰਦਾ ਵੀ ਆਪਾਂ ਕਹਿੰਦੇ ਹਾਂ ਵੀ ਬਰਾਨਗੀ ਛਾਈ ਪਈ ਹੈ। ਬੁਰੀ ਹਾਲਤ ਇਹਨਾਂ ਲੋਕਾਂ ਨੇ ਕੀਤੀ ਹੈ। ਔਰ ਇਹ ਜਿਹੜੀ ਇਸ ਤਰ੍ਹਾਂ ਦੀ ਲੋਕਤੰਤਰ ਦਾ ਕਤਲ, ਇਹਨੂੰ ਬਰਦਾਸ਼ਤ ਨਹੀਂ ਆਪਾਂ ਕਰ ਸਕਦੇ ਕਿ ਬੰਦਾ ਸਵੇਰੇ 8:50 ਤੇ ਉਹਨਾਂ ਨੇ ਸੱਦਿਆ, ਪੇਮੈਂਟ ਲਈ ਬੈਠਾ, ਉਹਦਾ ਪੈਸਾ ਡਿਪੋਜ਼ਿਟ ਕਰਾਉਣ ਨੂੰ ਤਿਆਰ ਨਹੀਂ ਹੈਗੇ। ਉਸ ਸੰਬੰਧ ਦੇ ਵਿੱਚ ਕਾਰਜ ਸਾਧਕ ਅਫਸਰ ਨੂੰ ਤਾੜਨਾ ਕੀਤੀ, ਕਹਿਣ ਲੱਗਿਆ ਜੀ ਮੈਂ ਛੁੱਟੀ 'ਤੇ ਹਾਂ। ਐਸਡੀਐਮ ਜਿਹੜਾ ਸੰਗਰੂਰ ਭਵਾਨੀਗੜ੍ਹ ਹੈ ਇਹ ਪ੍ਰਸ਼ਾਸਕ ਵੀ ਹੈ, ਰਿਟਰਨਿੰਗ ਅਫਸਰ ਵੀ ਹੈ। ਕਿੱਥੋਂ ਉਮੀਦ ਕਰਾਂਗੇ ਕਿ ਇਹ ਜਿਹੜੀ ਹੈ ਕੋਈ ਪਾਰਦਰਸ਼ੀ ਢੰਗ ਨਾਲ ਇਲੈਕਸ਼ਨ ਕਰਾਉਣਗੇ? ਇਹਨਾਂ ਦਾ ਇਲੈਕਸ਼ਨ ਕਰਾਉਣ ਦੇ ਕੋਈ ਢੰਗ ਨਹੀਂ ਗਏ। ਅਤੇ ਜੇ ਸੰਬੰਧਿਤ ਜਿਹੜਾ ਜ਼ਿਲ੍ਹੇ ਦਾ ਚੋਣ ਅਫਸਰ ਹੈ ਏਡੀਸੀ ਡਿਵੈਲਪਮੈਂਟ, ਉਹਨੂੰ ਮੈਂ ਸਖਤੀ ਨਾਲ ਕਿਹਾ ਕਿ ਜੇ ਤੁਸੀਂ ਇਲੈਕਸ਼ਨ ਨਹੀਂ ਕਰਾਉਣੀ ਤਾਂ ਘੱਟੋ ਘੱਟ ਲੋਕਾਂ ਦਾ ਤੁਸੀਂ ਮਜ਼ਾਕ ਨਾ ਉਡਾਓ। ਹਾਲਾਤ ਖਰਾਬ ਹੋਣਗੇ, ਲੋਕਾਂ 'ਚ ਅਰਜੈਂਟਮੈਂਟ ਹੈ, ਗੁੱਸੇ ਦੇ ਵਿੱਚ ਫਿਰ ਮਾਹੌਲ ਖਰਾਬ ਹੁੰਦਾ ਹੈ। ਡੀਐਸਪੀ ਭਵਾਨੀਗੜ੍ਹ ਹਾਜ਼ਰ ਨੇ, ਉਹਨਾਂ ਨੂੰ ਵੀ ਮੈਂ ਇਹ ਗੱਲ ਆਗਾਹ ਕਰਾਈ ਹੈ ਕਿ ਜੇ ਇਸੇ ਤਰ੍ਹਾਂ ਹਾਲਾਤ ਬਣੇ ਰਹੇ ਤਾਂ ਇੱਥੇ ਬਹੁਤ ਵੱਡਾ ਜਿਹੜਾ ਹੈ ਤਣਾਅ ਪੈਦਾ ਹੋ ਸਕਦਾ ਹੈ। ਔਰ ਫਿਰ ਉਸ ਤੋਂ ਬਾਅਦ ਜਦੋਂ ਏਡੀਸੀ ਡਿਵੈਲਪਮੈਂਟ ਨੇ ਕਿਹਾ ਕਿ ਮੈਂ ਰਿਟਰਨਿੰਗ ਅਫਸਰ ਨੂੰ ਕਹਿਣਾ, ਇੱਕ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਬਣਦੀ ਹੈ। ਤੁਸੀਂ ਹੈਰਾਨ ਮੰਨੋਗੇ ਕਿ 4 ਵਜੇ ਦਾ ਟਾਈਮ, 4 ਵੱਜ ਗਏ, ਹੁਣ ਤੱਕ ਐਸਡੀਐਮ ਸਾਹਿਬ ਰਫੂ ਚੱਕਰ ਹੋ ਗਏ ਇੱਥੋਂ। ਕੀ ਇਲੈਕਸ਼ਨ ਦੇ ਦਿਨਾਂ ਵਿੱਚ ਕੋਈ ਮੀਟਿੰਗ ਜ਼ਰੂਰੀ ਹੁੰਦੀ ਹੈ? ਇਲੈਕਸ਼ਨ ਦੀ ਡਿਊਟੀ ਦੇ ਵਿੱਚ ਕਿਸੇ ਅਫਸਰ ਨੂੰ ਡਿਊਟੀ 'ਤੇ ਜਾਣ ਦਾ ਕੋਈ ਮਕਸਦ ਨਹੀਂ ਹੁੰਦਾ। ਔਰ ਮੈਂ ਜਿੱਥੇ ਸੰਬੰਧਿਤ ਜਿਹੜੇ ਕੰਸਰਨਡ ਬੰਦੇ ਨੇ, ਅਫਸਰ ਨੇ, ਉਹਨਾਂ ਨੂੰ ਕਿਹਾ, ਉੱਥੇ ਜਿਹੜੇ ਆਈਏਐਸ ਅਫਸਰ ਸੰਜੇ ਪੋਪਲੀ ਲਾਏ ਨੇ ਚੋਣ ਕਮਿਸ਼ਨ ਨੇ, ਜਿਨ੍ਹਾਂ ਨੂੰ ਅਬਜ਼ਰਵਰ ਲਾਇਆ ਹੈ, ਉਹਨਾਂ ਨਾਲ ਮੈਂ ਗੱਲ ਕੀਤੀ ਹੈ ਕਿ ਆਹ ਹਾਲਾਤ ਬਣੇ ਹੋਏ ਨੇ ਜੀ ਕਿ ਤੁਸੀਂ ਜਾ ਕੇ ਦਫ਼ਤਰ ਦੇ ਵਿੱਚ ਦੇਖੋ ਕਿ ਕੁਰਸੀਆਂ ਖਾਲੀ ਪਈਆਂ ਨੇ। ਮੁਲਾਜ਼ਮ ਜਿਹੜੇ ਨੇ ਉਹ ਡਰ ਦੇ ਮਾਰੇ ਸਹਿਮ ਦੇ ਵਿੱਚ ਨੇ ਅਤੇ ਉੱਥੋਂ ਚਲੇ ਗਏ। ਉਹ ਕਹਿੰਦਾ ਸਰ ਮੈਂ ਹੁਣੀ ਗੱਲ ਕਰਕੇ ਦੇਣਾ। ਮੈਂ ਅੱਜ 12:30 1 ਵਜੇ ਦਾ ਰਿਟਰਨਿੰਗ ਅਫਸਰ ਦੇ ਦਫ਼ਤਰ ਬੈਠਾ ਅਤੇ ਇੱਥੇ ਕੁਰਸੀਆਂ ਨਾਲ ਹੀ ਗੱਲਾਂ ਕਰੀ ਜਾ ਰਹੇ ਹਾਂ। ਕੋਈ ਇੱਥੇ ਰਾਜਾ ਬਾਬੂ ਨਹੀਂ। ਜਿਹੜੇ ਬੰਦੇ ਕਾਗਜ਼ ਭਰਨਾ ਹੁੰਦੇ ਨੇ ਉਹਨਾਂ ਨੂੰ 100 ਤਰ੍ਹਾਂ ਦੇ ਆਬਜੈਕਸ਼ਨ ਲਾਈ ਜਾਂਦੇ ਨੇ। ਜਾਂ ਤਾਂ ਇਹਨਾਂ ਨੇ ਇਲੈਕਸ਼ਨ ਕਰਾਉਣ ਦੀ ਨੀਅਤ ਨਹੀਂ ਹੈ, ਕੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਇਹਨਾਂ ਨੂੰ ਪਤਾ ਨਹੀਂ। ਫਿਰ ਵੀ ਅਸੀਂ ਇਹਨਾਂ ਨੂੰ ਅਕੋਮੋਡੇਟ ਕਰ ਰਹੇ ਹਾਂ ਕਿ ਚਲੋ ਜੋ ਤੁਸੀਂ ਸਾਨੂੰ ਕਹਿਣਾ ਚਾਹੁੰਦੇ ਹੋ ਅਸੀਂ ਤੁਹਾਡੀ ਮੰਨਣ ਨੂੰ ਤਿਆਰ ਹਾਂ। ਸਾਡੇ ਇੱਕ ਹੁਣ ਆਬਜੈਕਸ਼ਨ ਲਾਤਾ ਸੀ ਕਿ ਤੇਰੇ ਕੋਲ ਊੜਾ ਫਾਰਮ ਨਹੀਂ ਹੈ। ਕੀ ਗੱਲ ਬਈ, ਊੜਾ ਫਾਰਮ ਕੈਂਡੀਡੇਟ ਨੇ ਦੇਣੇ? ਊੜਾ ਫਾਰਮ ਪਾਰਟੀ ਦਾ ਹੈ। ਪਾਰਟੀ ਵੱਲੋਂ ਜੋ ਊੜਾ ਫਾਰਮ ਦਿੱਤਾ ਗਿਆ ਹੈ ਉਹ ਇਹਨੂੰ ਰਿਟਰਨਿੰਗ ਅਫਸਰ ਨੂੰ ਅਸੀਂ ਸਬਮਿਟ ਕਰਾ ਚੁੱਕੇ, ਉਹਦੀ ਰਸੀਦ ਅਸੀਂ ਲੈ ਲਈਏ ਤੋਂ। ਉਸ ਤੋਂ ਬਾਅਦ ਜਿਹੜਾ ਸਾਡਾ ਕੈਂਡੀਡੇਟ ਹੁੰਦਾ ਕੋਈ ਪਾਰਟੀ ਦਾ ਆਫੀਸ਼ੀਅਲ, ਉਹਨੇ ਕੇਵਲ ਆੜਾ ਫਾਰਮ ਲਾਉਣਾ ਹੁੰਦਾ ਹੈ। ਆੜਾ ਫਾਰਮ ਬਾਰੇ ਵੀ ਗਾਈਡਲਾਈਨ ਇਲੈਕਸ਼ਨ ਕਮਿਸ਼ਨ ਦੀ ਸਿੱਧੀ ਹੈ ਕਿ ਜਿੰਨਾ ਚਿਰ ਵਿਡਰਾਅਲ ਤੋਂ ਪਹਿਲਾਂ ਜਮ੍ਹਾਂ ਕਰਾਉਣਾ ਹੁੰਦਾ ਹੈ। ਇਹਨਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਹੈ, ਨਾ ARO ਨੂੰ ਪਤਾ ਹੈ, ਨਾ ਉਹਨਾਂ ਦੇ ਸੰਬੰਧਿਤ ਮੁਲਾਜ਼ਮਾਂ ਨੂੰ ਪਤਾ ਹੈ, ਅਤੇ ਬਾਰ-ਬਾਰ ਇਤਰਾਜ਼ ਲਾ ਕੇ ਉਹਨਾਂ ਨੂੰ ਭੇਜਦੇ ਨੇ। ਇਸ ਕਰਕੇ ਇੱਥੇ ਪਾਰਦਰਸ਼ੀ ਚੋਣਾਂ ਨਹੀਂ ਹੋ ਸਕਦੀਆਂ। ਇਹ ਬਿਲਕੁਲ ਇਹਨਾਂ ਦੀ ਮਿਲੀ ਭੁਗਤ ਹੈ, ਇਹ ਲੋਕਤੰਤਰ ਦਾ ਕਤਲ ਹੈ। ਔਰ ਮੈਂ ਇਹ ਤਾੜਨਾ ਵੀ ਕਰਨਾ ਚਾਹੁੰਦਾ, ਚਾਹੇ ਕੋਈ ਵੱਡਾ ਅਧਿਕਾਰੀ ਹੈ ਇਹਨਾਂ ਦਾ, ਚਾਹੇ ਕੋਈ ਮੁਲਾਜ਼ਮ ਹੈ, ਕਿ ਭਰਾਵਾ 5-7 ਮਹੀਨੇ ਰਹਿ ਗਏ ਸਰਕਾਰ ਬਦਲਣ 'ਚ, ਅਤੇ ਸਰਕਾਰ ਬਦਲਣ ਤੋਂ ਬਾਅਦ ਤੁਹਾਨੂੰ ਇਹਦਾ ਖਮਿਆਜਾ ਭੁਗਤਣਾ ਪੈਣਾ ਅਤੇ ਫਿਰ ਤੁਹਾਨੂੰ ਕਿਸੇ ਨੇ ਬਖਸ਼ਣਾ ਨਹੀਂ ਹੈ। ਜੇ ਤੁਸੀਂ ਲੋਕਾਂ ਨੂੰ ਡੈਮੋਕ੍ਰੇਸੀ ਦੇ ਵਿੱਚ ਚੋਣ ਲੜਨ ਤੋਂ ਵੀ ਰੋਕਦੇ ਹੋ, ਜੇ ਤੁਹਾਨੂੰ ਇੰਨੀ ਜ਼ਿਆਦਾ ਹਉਮਾ ਹੈ, ਸੱਤਾ ਦਾ ਨਸ਼ਾ ਹੈ, ਅਤੇ ਤੁਸੀਂ ਕਾਗਜ਼ ਰਿਜੈਕਟ ਕਰਾਉਣ ਦੀ ਬਜਾਏ ਤੁਸੀਂ ਨੋਮੀਨੇਟ ਕਰ ਲਓ, ਨਾ ਹੀ ਕਰੋ।
ਇਸ ਕਰਕੇ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਜੇ ਇਹ ਇਲੈਕਸ਼ਨ ਕਰਾਉਣ ਵਾਲਾ ਜਿਹੜਾ ਅਮਲਾ ਹੈਗਾ ਜੇ ਇਹ ਕੰਮ ਕਰੂਗਾ ਤਾਂ ਕਿਸੇ ਵੀ ਬੰਦੇ ਨੂੰ ਉਰੇ ਜਿਹੜਾ ਹੈ ਫੇਅਰ ਇਲੈਕਸ਼ਨ ਨਹੀਂ ਹੋ ਸਕਦੀ, ਨਾ ਕਿਸੇ ਨੂੰ ਉਰੇ ਇਨਸਾਫ ਮਿਲਣਾ। ਹੁਣ ਸਰ ਜਿਹੜੇ ਨੋ ਡਿਊ ਸਰਟੀਫਿਕੇਟ ਨੇ ਤੁਹਾਨੂੰ ਮਿਲੇ ਨੇ ਜਾਂ ਨਹੀਂ ਮਿਲੇ? ਨਹੀਂ ਮਿਲੇ ਤਾਂ ਕੁਰਸੀਆਂ ਖਾਲੀ ਪਈਆਂ ਨੇ ਉੱਥੇ, ਹਜੇ ਤੱਕ ਹਾਜ਼ਰ ਨਹੀਂ ਉਹ ਤਾਂ ਪਿਕ ਐਂਡ ਚੂਜ਼ ਹੈ। ਕੁਰਸੀਆਂ ਛੱਡ ਕੇ ਕਿਸੇ ਘਰੇ ਬੈਠੇ ਨੇ, ਉਹ ਕਹਿ ਰਹੇ ਨੇ ਕਿ ਕਿਹਨੂੰ ਨੋ ਡਿਊ ਦੇਣਾ ਹੈ, ਉਹਨੂੰ ਰਿੰਗ ਮਾਰਦੇ ਨੇ ਕਿ ਫਲਾਣੀ ਜਗ੍ਹਾ ਤੇ ਬੈਠੇ ਹੋ, ਕਾਗਜ਼ ਫੜਾ ਕੇ ਜਾਂ ਦਿੰਦੇ ਆ ਤੈਨੂੰ ਨੋ ਡਿਊ। ਇੱਥੇ ਹਾਜ਼ਰ ਨਹੀਂ ਹੈਗੇ। ਇੱਥੇ ਨਗਰ ਕੌਂਸਲ ਦਫ਼ਤਰ ਖਾਲੀ ਪਿਆ ਹੈ, ਇੱਥੇ ਐਸਡੀਐਮ ਦੀ ਕੁਰਸੀ ਖਾਲੀ ਪਈ ਹੈ। ਕਮਾਲ ਤਾਂ ਇਸ ਚੀਜ਼ ਦੀ ਹੈ ਕਿ ਵਾਰ-ਵਾਰ ਇਹ ਕਹਿਣ ਦੇ ਕਿ ਜੇ ਤੁਹਾਡੀ ਨੀਅਤ ਮਾੜੀ ਹੈ, ਜੇ ਤੁਹਾਡੀ ਨੀਅਤ 'ਚ ਖੋਟ ਹੈ ਤਾਂ ਤੁਸੀਂ ਲੋਕਾਂ ਨੂੰ ਕਹਿ ਦਿਓ ਇਹ ਸਰਕਾਰ ਨੇ ਸਮਾਂ ਨਹੀਂ ਰਹਿਣਾ। ਲੋਕ ਤਪੇ ਹੋਏ ਨੇ, ਜੋ ਹੜਦੰਗਬਾਜੀ, ਜੋ ਹੋਮਾ ਹੰਕਾਰ ਜੋ ਅੱਜ ਕਾਂਗਰਸ ਦੀ ਸਰਕਾਰ ਦੇ ਵਿੱਚ ਲੋਕਾਂ ਨਾਲ ਹੋ ਰਿਹਾ ਹੈ, ਤੇ ਸਵੇਰੇ ਉੱਠ ਕੇ ਥਾਣਿਆਂ ਦੇ ਵਿੱਚ ਤਾਂ ਰੇਟ ਤੈਅ ਹੋਏ ਪਏ ਨੇ। ਕਬਜ਼ੇ ਤਾਂ ਉਹਨਾਂ ਨੇ ਥਾਣਿਆਂ ਤੇ ਕਰ ਰੱਖੇ ਨੇ। ਸਵੇਰੇ ਬੰਦਿਆਂ ਨੂੰ ਫੜਦੇ ਨੇ, ਉਹ ਫੜ ਕੇ ਲੈ ਜਾਂਦੇ ਨੇ, ਸੌਦੇਬਾਜ਼ੀ ਕੀਤੀ ਥਾਣੇ 'ਚ ਤੇ ਉਹਨੂੰ ਭੇਜਤਾ ਵਾਪਸ। ਇਸ ਤਰ੍ਹਾਂ ਦੇ ਤਾਂ ਹਾਲਾਤ ਬਣੇ ਪਏ ਨੇ ਕਿ ਇਹ ਬਹੁਤ ਨਗਾਰ ਵਾਲੀ ਗੱਲ ਹੈਗੀ ਹੈ। ਸੋ ਮੈਂ ਤੇ ਹੁਣ ਅੱਜ ਜਲਾਲਾਬਾਦ ਅੱਜ ਸਾਡੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਫਾਇਰਿੰਗ ਹੋ ਗਈ। ਉੱਥੇ ਗੱਡੀ ਤੇ ਹਮਲਾ ਹੋਇਆ। ਕੋਈ ਇਹ ਕੋਈ ਇਲੈਕਸ਼ਨ ਕਰਾਉਣ ਦਾ? ਕੈਪਟਨ ਅਮਰਿੰਦਰ ਸਿੰਘ ਦੇ ਅੱਖਾਂ ਦੇ ਉੱਤੇ ਨਾ ਖੋਪਾ ਬੰਨਿਆ ਹੋਇਆ, ਉਹਨੂੰ ਪਤਾ ਲੱਗਦਾ ਵੀ ਸ਼ਾਇਦ ਮੈਂ ਸੱਤਾ 'ਚ ਮੁੱਖ ਮੰਤਰੀ ਹਾਂ। ਸਾਡੇ ਅਸੀਂ ਕੀ ਮੁੱਖ ਮੰਤਰੀ ਨਹੀਂ ਰਹੇ, ਸਾਡੀਆਂ ਸਰਕਾਰਾਂ ਨਹੀਂ ਰਹੀਆਂ। ਇਸ ਕਰਕੇ ਪਹਿਲੀ ਗੱਲ ਤਾਂ ਸਮਾਂ ਨਹੀਂ ਸੀਗਾ। ਅੱਜ ਗਰੀਬ ਮਜ਼ਦੂਰ, ਦੁਕਾਨਦਾਰ, ਇੰਡਸਟਰੀਅਲਿਸਟ, ਕਿਸਾਨ ਅੱਜ ਆਪਣੇ ਭਵਿੱਖ ਲਈ ਲੜ ਰਹੇ ਨੇ। ਲੱਖਾਂ ਬੰਦੇ ਉੱਥੇ ਬਾਰਡਰਾਂ 'ਤੇ ਆਪਣਾ ਭਵਿੱਖ ਬਚਾਉਣ ਵਾਸਤੇ ਕੇਂਦਰ ਸਰਕਾਰ ਨਾਲ ਲੜ ਰਹੇ ਨੇ। ਤੇ ਜਿਵੇਂ ਕਹਿਣ ਵਾਲਿਆਂ ਵਾਂਗੂ ਵੀ ਇਹ ਬੰਸਰੀ ਵਜਾ ਰਹੇ ਨੇ ਆਪਣੀ, ਇਹਨਾਂ ਨੂੰ ਆਏ ਵੀ ਇਹਦਾ ਲਾਹਾ ਲੈ ਲਓ। ਕੀ ਕਿਸੇ ਗਰੀਬ ਦਾ ਕਦੇ ਕੁਛ ਕੀਤਾ? ਡੱਕਾ ਤੋੜ ਕੇ ਦਿੱਤਾ? ਗਰੀਬ ਤੜਫ ਰਿਹਾ, ਦੇਤੀਆਂ ਸ਼ਗਨ ਸਕੀਮਾਂ, ਦੇਤੀ ਕਰ ਨੌਕਰੀ ਇਹਨਾਂ ਨੇ। ਇਸ ਕਰਕੇ ਮੈਂ ਅਫਸਰਾਂ ਨੂੰ ਤਾੜਨਾ ਕਰਦਾ ਕਿ ਜੇ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਪਾਰਦਰਸ਼ੀ ਢੰਗ ਨਾਲ ਨਾ ਕਰਵਾਈ ਤਾਂ ਇਹਦੇ ਜਿਹੜੇ ਨਤੀਜੇ ਨੇ ਉਹਨੂੰ ਭੁਗਤਣੇ ਪੈਣਗੇ। ਇਸ ਸੰਬੰਧੀ ਐਸਡੀਐਮ ਕਰਮਜੀਤ ਸਿੰਘ ਨੇ ਕਿਹਾ ਕਿ ਸਰਵਰ ਡਾਊਨ ਹੋਣ ਕਾਰਨ ਇਹ ਦਿੱਕਤ ਆਈ ਸੀ, ਪਰ ਚੋਣ ਕਮਿਸ਼ਨ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਨੋ ਡਿਊ ਸਰਟੀਫਿਕੇਟ ਦੀ ਕੋਈ ਜ਼ਰੂਰਤ ਨਹੀਂ ਹੈ। ਹਾਂਜੀ ਸਰ, ਇਲੈਕਸ਼ਨ ਦਾ ਟਾਈਮ ਆ ਜੀ ਤੇ ਅਕਾਲੀ ਦਲ ਵੱਲੋਂ ਤੁਹਾਡੇ ਆਫਿਸ ਦੇ ਕੇ ਨਾਅਰੇਬਾਜ਼ੀ ਹੋਈ ਹੈ, ਕੀ ਕਾਰਨ ਹੈ ਜੀ? ਇਹ ਕਹਿ ਰਹੇ ਸੀ ਵੀ ਨੋ ਡਿਊ ਸਰਟੀਫਿਕੇਟ ਨਹੀਂ ਦੇ ਰਹੇ ਹੈਗੇ ਉੱਧਰੋਂ। ਮੈਂ ਇਨਕੁਆਇਰ ਕੀਤਾ ਹੈ, ਉਹ ਕਹਿ ਰਹੇ ਸੀ ਵੀ ਸਰਵਰ ਡਾਊਨ ਹੈ, ਪਤਾ ਕੀਤਾ ਸੀ। ਬਟ ਮੈਂ ਇਹਨਾਂ ਨੂੰ ਅਪਰਾਈਜ਼ ਕੀਤਾ ਹੈ ਵੀ ਐਜ਼ ਪਰ ਨਿਊ ਸਟੇਟ ਇਲੈਕਸ਼ਨ ਕਮਿਸ਼ਨ ਗਾਈਡਲਾਈਨ ਨੋਮੀਨੇਸ਼ਨ ਪੇਪਰ ਫਾਈਲ ਕਰਨ ਦੇ ਲਈ ਨੋ ਡਿਊ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਸਰ ਇੱਦਾਂ ਵੀ ਕਿਹਾ ਜਾ ਰਿਹਾ ਕਿ ਅਸੀਂ ਸਵੇਰ ਦੇ ਬੈਠੇ ਹਾਂ, ਸਾਨੂੰ ਹੋਰ ਵੀ ਜਿਹੜੇ ਲੋੜੀ ਦੇ ਸਰਟੀਫਿਕੇਟ ਨੇ ਜਾਂ ਸਾਨੂੰ ਕੁਝ ਵੀ ਹੈ ਸਾਨੂੰ ਨਹੀਂ ਮਿਲਿਆ ਜਾ ਰਿਹਾ, ਤੁਸੀਂ ਵੀ ਐਬਸੈਂਟ ਸੀ ਕਹਿੰਦੇ। ਮੈਂ ਕੋਈ ਐਬਸੈਂਟ ਨਹੀਂ ਸੀ ਜੀ, ਮੈਂ ਅਬਜ਼ਰਵਰ ਸਾਹਿਬ ਕੋਲ ਗਿਆ ਹੋਇਆ ਸੀਗਾ ਤੇ ਇਮੀਡੀਏਟਲੀ ਆਈ ਕੇਮ ਬੈਕ ਤੇ ਆਈ ਐਮ ਇਨਕੁਆਇਰਿੰਗ ਇਨਟੂ ਦਾ ਮੈਟਰ ਤੇ ਇਨਕੁਆਇਰ ਕੀਤਾ ਜਾ ਰਿਹਾ ਹੈ। ਹਾਂਜੀ। ਸਵੇਰਾ ਪੰਜਾਬ ਲਈ ਭਵਾਨੀਗੜ੍ਹ ਤੋਂ ਲਵਲੀ ਕੌਸ਼ਲ ਦੀ ਰਿਪੋਰਟ। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।